ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਇੰਗਲਿਸ਼ ਲਿਟਰੇਚਰ ਦੀ ਬੁੱਕ ਸਪਲੀਮੈਂਟਰੀ ਰੀਡਰ ਤੇ ਉਹਦਾ ਅਖੀਰਲਾ ਚੈਪਟਰ 6 ਰਿਟਰਨ ਟੂ ਦ 에ਅਰ ਯਾਨੀ ਹਵਾ ਵਿੱਚ ਵਾਪਸ ਆਣਾ। ਇਹ ਚੈਪਟਰ ਲਿਖਿਆ ਹੈਗਾ ਫਿਲਿਪਾ ਏ ਪੀਅਰਸ ਨੇ। ਚਲੋ ਸ਼ੁਰੂ ਕਰਦੇ ਹਾਂ। The boy could swim well, but he had never tried duck diving. Duck diving ਕੀ ਹੁੰਦਾ ਹੈ? ਪਾਣੀ ਦੇ ਥੱਲੇ ਆਪਣਾ ਸਿਰ ਪਹਿਲਾਂ ਕਰਨਾ, ਫਿਰ ਬਾਕੀ ਦਾ ਸਰੀਰ ਲੈ ਕੇ ਆਣਾ। ਇਹ ਪਾਣੀ ਦਾ ਜਿਵੇਂ ਸਥਰ ਮੰਨ ਲਓ, ਪਹਿਲਾਂ ਤੁਸੀਂ ਆਪਣਾ ਸਿਰ ਥੱਲੇ ਨੂੰ ਕਰਦੇ ਹੋ ਜਿਵੇਂ ਬੱਤਖ ਕਰਦੀ ਹੈ, ਤੇ ਫਿਰ ਬਾਕੀ ਦਾ ਸਰੀਰ ਤੁਸੀਂ ਨਾਲ ਆਪਣੇ ਲੈ ਕੇ ਆਉਂਦੇ ਹੋ। ਉਹਨੂੰ ਡਕ ਡਾਈਵਿੰਗ ਕਹਿੰਦੇ ਆ। His friend wanted him to learn it. What happened when he tried to duck dive the first time? ਲੜਕਾ ਜਿਹੜਾ ਹੈਗਾ ਜਿਹਦੀ ਗੱਲ ਇਸ ਕਹਾਣੀ ਵਿੱਚ ਕੀਤੀ ਗਈ ਹੈ ਉਹ ਚੰਗੀ ਤਰ੍ਹਾਂ ਦੇ ਨਾਲ ਤੈਰ ਸਕਦਾ ਸੀ, ਪਰ ਉਸਨੇ ਕਦੇ ਡਕ ਡਾਈਵਿੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਪਰ ਉਹਦਾ ਜਿਹੜਾ ਦੋਸਤ ਸੀ ਉਹ ਚਾਹੁੰਦਾ ਸੀ ਕਿ ਉਹ ਇਹ ਡਕ ਡਾਈਵਿੰਗ ਸਿੱਖੇ, ਜਿਹਦੇ ਵਿੱਚ ਸਿਰ ਪਹਿਲਾਂ ਜਾਂਦਾ ਹੈ ਤੇ ਬਾਕੀ ਦਾ ਸਰੀਰ ਬਾਅਦ ਥੱਲੇ ਆਉਂਦਾ ਹੈ ਪਾਣੀ ਦੇ। ਤੇ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਕੀ ਹੋਇਆ ਜਦੋਂ ਉਸਨੇ ਪਹਿਲੀ ਵਾਰ ਬੱਤਖ ਵਾਂਗ ਡੁਬਕੀ ਮਾਰਨ ਦੀ ਕੋਸ਼ਿਸ਼ ਕੀਤੀ। ਤਾਂ ਚਲੋ ਪਤਾ ਕਰਦੇ ਹਾਂ ਕਹਾਣੀ ਵਿੱਚ ਕੀ ਹੈਗਾ। The ponds are very big. ਜਿਹੜੇ ਤਲਾਬ ਹੈਗੇ ਨੇ ਉਹ ਬਹੁਤ ਵੱਡੇ ਹੈਗੇ ਨੇ। So that at one end people bathe. ਇੱਕ ਪਾਸੇ ਜਿਹੜੇ ਹੈਗੇ ਨੇ ਬੰਦੇ ਜਿਹੜੇ ਨਹਾ ਰਹੇ ਹੁੰਦੇ ਨੇ, and at the other end they fish. ਤੇ ਦੂਜੇ ਪਾਸੇ ਬੈਠ ਕੇ ਉਹ ਮੱਛੀ ਫੜਦੇ ਨੇ। Old men with bald heads sit on folding stools and fish with rods and lines. And little kids squeeze through the railings and wade up into the water to fish with nets. ਤੇ ਇੱਥੇ ਇਹ ਦੱਸਿਆ ਗਿਆ ਹੈ ਵੀ ਤਲਾਬ ਇੰਨਾ ਵੱਡਾ ਸੀ ਕਿ ਉਸਦੇ ਇੱਕ ਸਿਰੇ ਤੇ ਲੋਕ ਜਿਹੜੇ ਹੈਗੇ ਨੇ ਬੈਠ ਕੇ ਨਹਾ ਸਕਦੇ ਸੀ, ਤੇ ਦੂਜੇ ਸਿਰੇ ਤੇ ਗੰਜੇ ਸਿਰਾਂ ਵਾਲੇ ਆਦਮੀ ਜਿਹੜਾ ਫੜਾ ਹੁੰਦਾ ਜਾਂ ਜਿਹੜਾ ਸੀਟ ਹੁੰਦੀ ਹੈ ਸਟੂਲ ਜਿਹਨੂੰ ਫੋਲਡ ਕਰਕੇ ਲੈ ਕੇ ਜਾ ਸਕਦੇ ਆ, ਉਹਦੇ ਤੇ ਬੈਠ ਕੇ ਮੱਛੀ ਫੜਨ ਵਾਲਾ ਨਹੀਂ ਹੁੰਦਾ, ਇੱਕ ਲੰਬੀ ਜੀ ਰੱਸੀ ਹੁੰਦੀ ਹੈ ਤੇ ਵਿੱਚ ਤਾਰ ਲੱਗੀ ਹੁੰਦੀ ਹੈ, ਉਹ ਸਟੂਲ ਤੇ ਬੈਠ ਕੇ ਮੱਛੀ ਫੜਦੇ ਸੀ। ਤੇ ਜਿਹੜੇ ਬੱਚੇ ਹੁੰਦੇ ਸੀ ਉੱਥੇ ਛੋਟੇ ਛੋਟੇ ਬੱਚੇ ਜਿਹੜੇ ਨੇ ਰੇਲਿੰਗਾਂ ਵਿੱਚੋਂ ਮਤਲਬ ਬਹੁਤ ਤੰਗ ਹੁੰਦੇ ਹੋਏ ਲੰਘਦੇ ਸੀ ਅਤੇ ਮੱਛੀਆਂ ਫੜਦੇ ਸੀ ਪਾਣੀ ਵਿੱਚੋਂ ਆਪਣੇ ਜਾਲੇ ਦੇ ਨਾਲ। ਨੈਟ ਨਹੀਂ ਹੁੰਦਾ, ਉਹਦੇ ਨਾਲ ਮੱਛੀ ਫੜਦੇ ਸੀ ਦੂਜੇ ਪਾਸੇ ਇੱਥੇ ਛੋਟੇ ਛੋਟੇ ਬੱਚੇ। But the water is much deeper at our end of the pool and that's where we bathe. ਤੇ ਇੱਥੇ ਦੱਸਿਆ ਗਿਆ ਵੀ ਇਹ ਜਿਹੜਾ ਪਾਸਾ ਹੈਗਾ ਇੱਥੇ ਪਾਣੀ ਜ਼ਿਆਦਾ ਡੂੰਘਾ ਹੈਗਾ, ਸਾਡੇ ਪਾਸੇ ਵੱਲ ਨੂੰ ਤਲਾਬ ਦਾ ਪਾਣੀ ਬਹੁਤ ਡੂੰਘਾ ਹੈਗਾ ਤੇ ਉਹ ਥਾਂ ਹੈਗੀ ਹੈ ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ, ਨਹਾਉਂਦੇ ਹੈਗੇ। You are not allowed to bathe unless you can swim, but I have always been able to swim. They say I could swim because I'm fat, I'm float. Well, I don't mind. They call me sausage. ਇੱਥੇ ਦੱਸਿਆ ਗਿਆ ਹੈ ਕਿ ਤੁਹਾਨੂੰ ਉਸ ਥਾਂ ਤੇ ਇਧਰਲੇ ਪਾਸੇ ਜਿੱਥੇ ਡੂੰਘਾ ਪਾਣੀ ਹੈ ਇੱਥੇ ਤਦ ਤੱਕ ਨਹੀਂ ਨਹਾਉਣ ਦਿੰਦੇ ਜਦ ਤੱਕ ਤੁਸੀਂ ਸਵਿਮਿੰਗ ਜਾਂ ਤੈਰਨਾ ਨਹੀਂ ਜਾਣਦੇ ਸੀ। ਪਰ ਉਹ ਕਹਿੰਦਾ ਮੈਂ ਹਮੇਸ਼ਾ ਮਤਲਬ ਮੈਨੂੰ ਇਹ ਹੈਗਾ ਵੀ ਮੈਂ ਸਵਿਮ ਕਰ ਸਕਦਾ ਸੀ, ਪਰ ਮੈਨੂੰ ਲੋਕ ਇਹ ਕਹਿੰਦੇ ਨੇ ਮੈਂ ਮੋਟਾ ਹੈਗਾ, ਠੀਕ ਹੈ, ਇਸ ਕਰਕੇ ਮੈਂ ਤੈਰ ਸਕਦਾ, ਜਾਂ ਮੈਂ ਫਲੋਟ ਹੈਗਾ। ਫਲੋਟ ਦਾ ਮਤਲਬ ਜਿਹੜਾ ਇਨਸਾਨ ਥੋੜਾ ਜਿਹਾ ਜਿਹਦੇ 'ਚ ਹਵਾ ਹੋਏ, ਚਰਬੀ ਹੋਏ, ਜੋ ਡੁੱਬੇ ਨਾ, ਠੀਕ ਹੈ। ਮੋਟੇ ਬੰਦੇ ਅਕਸਰ ਡੁੱਬਦੇ ਨਹੀਂ ਹੈਗੇ ਨੇ। ਉਹ ਕਹਿੰਦਾ ਮੈਨੂੰ ਜੋ ਮਰਜ਼ੀ ਕਹੀ ਜਾਣ, ਮੈਨੂੰ ਫਰਕ ਨਹੀਂ ਪੈਂਦਾ, ਠੀਕ ਹੈ। ਉਹ ਮੈਨੂੰ ਸੌਸੇਜ ਵੀ ਕਹਿੰਦੇ ਨੇ। ਸੌਸੇਜ ਕੀ ਹੁੰਦਾ? ਜਿਵੇਂ ਤੁਸੀਂ ਹੌਟ ਡੌਗ ਦੇ ਵਿੱਚ ਕਾਰਟੂਨਸ ਵਿੱਚ ਦੇਖਿਆ ਹੋਣਾ, ਇੰਨਾ ਗੋਲ ਜਿਹਾ ਮੀਟ ਦਾ ਜਿਹੜਾ ਟੁਕੜਾ ਹੁੰਦਾ ਗੋਲ ਜਿਹਾ ਲੰਬਾ ਜਿਹਾ, ਉਹਨੂੰ ਸੌਸੇਜ ਕਹੀਦਾ। ਵੀ ਉਹ ਮੈਨੂੰ ਸੌਸੇਜ ਵੀ ਕਹਿੰਦੇ ਨੇ, ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ। ਇਹ ਕਹਿੰਦੇ ਨੇ ਮੋਟਾ ਇਸੇ ਕਰਕੇ ਸਵਿਮਿੰਗ ਕਰ ਲੈਂਦਾ, ਕੋਈ ਗੱਲ ਨਹੀਂ। Only I don't dive, not from the diving board. I have to take my glasses off to go into the water. ਉਹ ਕਹਿੰਦਾ ਸਿਰਫ ਮੈਂ ਜਦ ਗੋਤਾ ਨਹੀਂ ਮਾਰ ਸਕਦਾ, ਉਹ ਇਹ ਹੈਗਾ ਜਿਹੜਾ ਡਾਈਵਿੰਗ ਬੋਰਡ ਨਹੀਂ ਹੁੰਦਾ, ਇਹ ਜਿਹਾ ਫੱਟਾ ਤੁਸੀਂ ਦੇਖਿਆ ਹੋਣਾ ਜਿਹਦੇ ਤੇ ਬੈਠ ਕੇ ਵੇਵਸ ਦੇ ਉੱਤੇ ਸਰਫ ਕਰਦੇ ਨੇ, ਚੱਲਦੇ ਨੇ ਇੱਧਰ ਇੱਧਰ। ਉਹ ਕਹਿੰਦਾ ਮੈਂ ਉਹਦੇ ਨਾਲ ਨਹੀਂ ਡਾਈਵ ਕਰ ਸਕਦਾ ਕਿਉਂਕਿ ਪਾਣੀ ਦੇ ਥੱਲੇ ਜਾਂਦੇ ਹੋਏ ਨਾ ਮੇਰੇ ਚਸ਼ਮੇ ਲੱਗੇ ਹੋਏ ਨੇ, ਮੈਨੂੰ ਦਿਖਦਾ ਨਹੀਂ ਤੇ ਮੈਨੂੰ ਆਪਣੇ ਚਸ਼ਮੇ ਲਾਣੇ ਪੈਂਦੇ ਨੇ, ਐਨਕਾਂ ਲਾਣੀਆਂ ਪੈਂਦੀਆਂ ਨੇ। Then this summer they all wanted me to learn duck diving. ਤੇ ਉਹ ਕਹਿੰਦਾ ਕਿ ਇਸ ਗਰਮੀ ਵਿੱਚ ਉਹ ਸਾਰੇ ਚਾਹੁੰਦੇ ਸੀ ਵੀ ਮੈਂ duck diving ਸਿੱਖਾਂ। You are swimming on the surface of water and suddenly you upend yourself just like a duck and dive deep down into the water
and perhaps you swim about a bit underwater and then come up again. I know ducks can do this soon after they are born. It's different for them. ਤੇ ਉਹ ਕਹਿੰਦਾ ਵੀ ਇਸ ਗਰਮੀ ਵਿੱਚ ਸਾਰੇ ਲੋਕ ਚਾਹੁੰਦੇ ਸੀ ਕਿ ਮੈਂ ਡਕ ਡਾਈਵਿੰਗ ਸਿੱਖਾਂ, ਜਿਵੇਂ ਬੱਤਖ ਹੈਗੀ ਹੈ ਪਹਿਲੇ ਆਪਣਾ ਮੂੰਹ ਅੰਦਰ ਕਰਦੀ ਹੈ ਪਾਣੀ ਦੇ, ਜਿਵੇਂ ਇਹ ਬੱਤਖ ਹੈਗੀ ਹੈ ਮੂੰਹ ਅੰਦਰ ਕਰੇਗੀ, ਫਿਰ ਬਾਕੀ ਦਾ ਸਰੀਰ ਜਿਹੜਾ ਪਾਣੀ ਦੇ ਥੱਲੇ ਲੈ ਕੇ ਆਉਂਦੀ ਹੈ। ਉਹ ਕਹਿੰਦਾ ਤੁਸੀਂ ਪਾਣੀ ਦੇ ਉੱਤੇ ਜਿਹੜਾ ਹੈ ਤੈਰ ਸਕਦੇ ਹੋ, ਤੇ ਅਚਾਨਕ ਤੁਹਾਨੂੰ ਕਿਹਾ ਜਾਏ ਕਿ ਨਹੀਂ ਤੁਸੀਂ ਬੱਤਖ ਵਾਂਗ ਪਾਣੀ ਦੇ ਨੀਚੇ ਆਪਣਾ ਮੂੰਹ ਕਰੋ, ਥੋੜਾ ਜਿਹੜੀ ਪਾਣੀ ਹੈਗਾ ਉਹਦੇ ਨੀਚੇ ਤੈਰੋ, ਕਹਿੰਦਾ ਪਾਣੀ ਦੇ ਥੱਲੇ ਜਾਓ, ਮਤਲਬ ਇਹ ਤਾਂ ਥੋੜਾ ਔਖਾ ਹੋ ਗਿਆ ਨਾ, ਫਿਰ ਸਾਹ ਲੈਣ ਲਈ ਵਾਪਸ ਉੱਪਰ ਨੂੰ ਆਓ। ਕਹਿੰਦਾ ਮੈਨੂੰ ਪਤਾ ਹੈ ਵੀ ਬੱਤਕਾਂ ਜਿਹੜੀਆਂ ਹੈਗੀਆਂ ਨੇ ਉਹ ਜਨਮ ਤੋਂ ਬਾਅਦ ਜਲਦੀ ਅਜਿਹਾ ਕਰ ਸਕਦੀਆਂ ਨੇ, ਪਰ ਇਹ ਉਹਨਾਂ ਦੀ ਗੱਲ ਹੈ, ਉਹ ਵੱਖਰੀ ਹੈਗੀਆਂ ਨੇ, ਉਹਨਾਂ ਅੰਦਰ ਇੱਕ ਕੁਦਰਤੀ ਤੌਰ ਤੇ ਹੁੰਦਾ, ਪਰ ਮੈਨੂੰ ਕਿਵੇਂ ਕਹਿ ਰਹੇ ਨੇ ਵੀ ਤੂੰ ਡਕ ਡਾਈਵਿੰਗ ਕਰ। So I was learning to duck dive, to swim to the bottom of the pond and pick up a brick they'd thrown in and bring it up again. You praise this in case you have to rescue anyone from drowning, gone down to the bottom. Of course, they are bigger and heavier than a brick. I suppose you have to work on bricks and then gradually work to people. ਇੱਥੇ ਕਿਹਾ ਗਿਆ ਕਿ ਮੈਨੂੰ ਹੁਣ ਡਕ ਡਾਈਵਿੰਗ ਜਿਹੜੀ ਹੈਗੀ ਹੈ ਉਹ ਉਸ ਛੱਪੜ ਦੇ ਵਿੱਚ, ਪੌਂਡ ਦੇ ਵਿੱਚ ਮੈਨੂੰ ਸਿੱਖਣੀ ਸੀ। ਤੇ ਕਿਵੇਂ ਸਿਖਾਈ ਜਾਂਦੀ ਸੀ ਵੀ ਇੱਕ ਜਿਹੜੀ ਇੱਟ ਹੈਗੀ ਉਹਨੂੰ ਥੱਲੇ ਸਿੱਟ ਦਿੱਤਾ ਜਾਂਦਾ ਸੀ ਤੇ ਮੈਨੂੰ ਉਹ ਚੱਕ ਕੇ ਲੈ ਕੇ ਆਣੀ ਸੀ। ਇਹ ਪਾਣੀ ਹੈਗਾ, ਇਹਦੇ ਵਿੱਚ ਇੱਕ ਇੱਟ ਸਿੱਟ ਦਿੱਤੀ ਜਾਂਦੀ ਸੀ ਤੇ ਮੈਨੂੰ ਕਿਹਾ ਜਾਂਦਾ ਸੀ ਐਵੇਂ ਡੁਬਕੀ ਮਾਰ ਕੇ ਵੀ ਇਹਨੂੰ ਲੈ ਕੇ ਆਓ, ਚੱਕ ਕੇ ਲੈ ਕੇ ਆਓ। ਕਹਿੰਦਾ ਇਹ ਅਕਸਰ ਡਕ ਡਾਈਵਿੰਗ ਯੂਜ਼ ਕੀਤੀ ਜਾਂਦੀ ਹੈ ਜਦ ਕੋਈ ਬੰਦਾ ਡਰਾਊਨ ਕਰ ਰਿਹਾ ਹੋਏ, ਜਿਹਨੂੰ ਡੁੱਬਣ ਤੋਂ ਬਚਾਉਣਾ ਹੋਏ, ਤੇ ਤੁਸੀਂ ਥੱਲੇ ਜਾ ਕੇ ਉਹਨੂੰ ਲੈ ਕੇ ਆਉਂਦੇ ਹੋ ਵੀ ਉਹ ਬਾਟਮ ਤੱਕ, ਜ਼ਮੀਨ ਥੱਲੇ ਤੱਕ ਨਾ ਚਲਾ ਜਾਏ। ਤੇ ਕਹਿੰਦਾ ਇਹ ਬੰਦੇ ਦੀ ਗੱਲ ਕੀਤੀ ਜਾਏ, ਆਫਕੋਰਸ ਉਹ ਜ਼ਿਆਦਾ ਭਾਰੀ ਹੁੰਦੇ ਨੇ, ਵੱਡੇ ਹੁੰਦੇ ਨੇ, ਇੱਟ ਤਾਂ ਛੋਟੀ ਜੀ ਹੁੰਦੀ ਹੈ, ਪਰ ਤੁਹਾਡੀ ਸ਼ੁਰੂਆਤ ਜਿਹੜੀ ਹੈ ਸਿੱਖਣ ਦੀ, ਡਕ ਡਾਈਵਿੰਗ ਕਰਨ ਦੀ, ਲੋਕਾਂ ਨੂੰ ਡੁੱਬਣ ਤੋਂ ਬਚਾਉਣ ਦੀ, ਇਹ ਤਾਂ ਹੀ ਸ਼ੁਰੂ ਹੁੰਦੀ ਹੈ ਜਦ ਤੁਸੀਂ ਇੱਟ ਸਿੱਟ ਕੇ ਉਹਨੂੰ ਚੱਕ ਕੇ ਲੈ ਕੇ ਆਉਂਦੇ ਹੋ ਤੇ ਹੌਲੀ ਹੌਲੀ ਤੁਸੀਂ ਲੋਕਾਂ ਨੂੰ ਵੀ ਬਚਾਉਣਾ ਸ਼ੁਰੂ ਕਰ ਦਿੰਦੇ ਹੋ। The swimming instructor said, "Sausage, I am going to throw the brick." It was a brick with a bit of old white flannel. Old white flannel ਮਤਲਬ ਕੋਈ ਚਿੱਟਾ ਕੱਪੜਾ ਇੱਟ ਦੇ ਉੱਤੇ ਬੰਨਿਆ ਹੋਇਆ ਸੀ, ਤੇ ਜਿਹੜਾ ਸਵਿਮਿੰਗ ਇੰਸਟ੍ਰਕਟਰ ਸੀ, ਜਿਹੜਾ ਮੈਨੂੰ ਸਵਿਮਿੰਗ ਸਿਖਾ ਰਿਹਾ ਸੀ ਕਿਵੇਂ ਡਕ ਡਾਈਵਿੰਗ ਕਰਨੀ, ਉਹ ਮੈਨੂੰ ਕਹਿੰਦਾ, ਮੈਨੂੰ ਨਾਮ ਨਾਲ ਨਹੀਂ ਬੁਲਾਉਂਦਾ, ਮੈਨੂੰ ਕਹਿੰਦਾ ਸੌਸੇਜ, ਮੀਟ ਦਾ ਜਿਹੜਾ ਪੀਸ ਹੁੰਦਾ ਮੋਟਾ ਜਿਹਾ, ਵੀ ਮੈਂ ਇੱਕ ਇੱਟ ਜਿਹੜਾ ਸਿੱਟ ਰਿਹਾ, ਤੇ ਜਿਹੜੀ ਇੱਟ ਸੀ ਉਹਦੇ ਉੱਤੇ ਇੱਕ ਚਿੱਟੇ ਰੰਗ ਦਾ ਕੱਪੜਾ ਬੰਨਿਆ ਹੋਇਆ ਸੀ, ਫੈਨਲ ਰਾਉਂਡਡ, ਟੂ ਮੇਕ ਇਟ ਸ਼ੋ ਅਪ ਅੰਡਰ ਵਾਟਰ, ਵੀ ਤਾਂ ਕਿ ਮੈਨੂੰ ਚਿੱਟੇ ਰੰਗ ਜਿਹੜਾ ਹੈਗਾ ਉਹ ਪਾਣੀ ਦੇ ਹੇਠਾਂ ਦਿਸ ਜਾਏ, ਕਿਉਂਕਿ ਮੈਨੂੰ ਦਿਖਾਈ ਨਹੀਂ ਨਾ ਦਿੰਦਾ। Sausage, I am going to throw it. Go after it and get it before it reaches the bottom and settles in the mud, or you'll never get it. ਤੇ ਇੰਸਟ੍ਰਕਟਰ ਮੈਨੂੰ ਕਹਿੰਦਾ ਕਿ ਇਸ ਨੂੰ ਮੈਂ ਪਾਣੀ ਹੇਠਾਂ ਸਿੱਟ ਰਿਹਾ ਹੈਗਾ, ਸੌਸੇਜ ਤੂੰ ਜਾ, ਇਹਨੂੰ ਜਿਹੜੀ ਇੱਟ ਹੈਗੀ ਜਿਹਦੇ ਉੱਤੇ ਚਿੱਟਾ ਕੱਪੜਾ ਬੰਨਿਆ ਹੋਇਆ, ਇਹਨੂੰ ਜਾ ਕੇ ਪਹਿਲਾਂ ਹੀ ਚੱਕ ਕੇ ਲਿਆ, ਮੇਰੇ ਲਈ ਬਚਾ ਕੇ ਲਿਆ, ਇਹ ਤੋਂ ਪਹਿਲਾਂ ਇਹ ਥੱਲੇ ਪਹੁੰਚ ਜਾਏ, ਤੇ ਫਿਰ ਉਸ ਤੋਂ ਬਾਅਦ ਜਦ ਇਹ ਥੱਲੇ ਪਹੁੰਚ ਜਾਂਦੀ ਹੈ ਨਾ ਪਾਣੀ ਦੇ ਥੱਲੇ, ਤਾਂ ਫਿਰ ਇੱਟ ਜੰਮ, ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕੱਢਣਾ ਉਹਨੂੰ ਥੋੜਾ ਔਖਾ ਹੋ ਜਾਂਦਾ, ਤੇ ਉਹ ਕਹਿੰਦਾ ਥੱਲੇ ਜਾ ਕੇ ਸੈਟਲ ਹੋ ਜਾਏ, ਇਸ ਤੋਂ ਪਹਿਲਾਂ ਤੁਸੀਂ ਉਹਨੂੰ ਬਾਹਰ ਕੱਢ ਕੇ ਲਿਆਓ, ਵਰਨਾ ਤੁਸੀਂ ਕਦੇ ਇਹਨੂੰ ਇੱਟ ਨੂੰ ਬਾਹਰ ਨਹੀਂ ਲਿਆ ਸਕਦੇ। ਫਿਰ he'd made everyone come out of water to give me a chance and they were standing and watching. ਤੇ ਉਹਨੇ ਕੀ ਕੀਤਾ, ਮੈਨੂੰ ਇੱਕ ਮੌਕਾ ਦੇਣ ਦੇ ਲਈ ਉਹਨੇ ਪਾਣੀ ਵਿੱਚੋਂ ਸਾਰਿਆਂ ਨੂੰ ਬਾਹਰ ਬੁਲਾ ਲਿੱਤਾ, ਤੇ ਸਾਰੇ ਫਿਰ ਬਾਹਰ ਖੜੇ ਹੋ ਕੇ ਮੈਨੂੰ ਦੇਖ ਰਹੇ ਸੀ। I had removed my glasses so I could only see the blurred figures. ਤੇ ਉਹ ਜਿਹੜਾ ਲੇਖਕ ਹੈ ਉਹ ਕਹਿੰਦਾ ਮੈਂ ਆਪਣੇ ਚਸ਼ਮੇ ਹਟਾ ਦਿੱਤੇ ਸੀ ਤੇ ਮੈਨੂੰ ਜੋ ਚੀਜ਼ਾਂ ਦਿਖ ਰਹੀਆਂ ਸੀ ਉਹ ਧੁੰਦਲੀਆਂ ਜਿਹੀਆਂ ਦਿਖ ਰਹੀਆਂ ਸੀ, ਕਿਉਂਕਿ ਚਸ਼ਮੇ ਹਟਾਏ ਹੋਏ ਸੀ। I could hear them talking and laughing, but there wasn't a sound in water except the sound made by me. ਉਹ ਕਹਿੰਦਾ ਜਿਹੜੇ ਬੰਦੇ ਆਲੇ ਦੁਆਲੇ ਖੜੇ ਸੀ, ਮੈਨੂੰ ਪਹਿਲਾਂ ਤਾਂ ਉਹਨਾਂ ਦੀ ਹੱਸਣ ਦੀ, ਗੱਲ ਕਰਨ ਦੀ ਆਵਾਜ਼ ਸੁਣਾਈ ਦੇ ਰਹੀ ਸੀ, ਪਰ ਜਦੋਂ ਮੈਂ ਪਾਣੀ ਦੇ ਅੰਦਰ ਗਿਆ ਉੱਥੇ ਕੋਈ ਆਵਾਜ਼ ਨਹੀਂ ਸੀ ਸਿਵਾਏ ਮੇਰੇ ਦੁਆਰਾ ਕੀਤੀ ਜਾ ਰਹੀ ਜਿਹੜੀ ਆਵਾਜ਼ ਸੀ ਤੈਰਨ ਦੀ, ਉਹਦੇ ਇਲਾਵਾ ਹੋਰ ਕੋਈ ਆਵਾਜ਼ ਨਹੀਂ ਸੀ। And then I saw the brick go over my head and there was a splash as it went into the water. I thought I can't do it. My legs won't move fast. They feel just flabby. It's different for ducks.
ਤੇ ਫਲੈਬੀ ਦਾ ਮਤਲਬ ਇਹ ਹੁੰਦਾ ਹੈ ਮੋਟੀਆਂ, ਫੈਟ। ਤੇ ਉਹ ਕਹਿੰਦਾ ਮੈਂ ਦੇਖਿਆ ਵੀ ਜਿਹੜੀ ਇੱਟ ਹੈਗੀ ਹੈ ਮੇਰੇ ਸਿਰ ਦੇ ਆਲੇ ਦੁਆਲੋਂ ਦੀ ਘੁੰਮਦੀ ਹੋਈ ਛਪਕ ਦੀ ਆਵਾਜ਼ ਕਰਦੀ ਹੋਈ ਪਾਣੀ ਵਿੱਚ ਆਈ। ਤੇ ਮੈਨੂੰ ਪਹਿਲਾਂ ਇਹ ਲੱਗਿਆ ਵੀ ਮੈਂ ਇਹ ਨਹੀਂ ਕਰ ਸਕਦਾ, ਮੇਰੀ ਲੱਤਾਂ ਨਹੀਂ ਸਾਥ ਦੇਣਗੀਆਂ, ਕਿਉਂਕਿ ਜਦ ਤੁਸੀਂ ਤੈਰਨਾ ਹੁੰਦਾ ਤੁਸੀਂ ਲੱਤਾਂ ਹਿਲਾਉਂਦੇ ਹੋ। ਕਹਿੰਦਾ ਮੈਂ ਨਹੀਂ ਕਰ ਸਕਦਾ, ਇੰਨੀ ਮੋਟੀ ਲੱਤਾਂ ਹੈਗੀਆਂ ਨੇ। ਤੇ ਬੱਤਕਾਂ ਦੀ ਜੇ ਗੱਲ ਕੀਤੀ ਜਾਏ ਜੋ ਇਹ ਕੰਮ ਕਰ ਲੈਂਦੀਆਂ ਨੇ, ਉਹਨਾਂ ਦੀ ਤਾਂ ਗੱਲ ਹੋਰ ਹੈਗੀ ਹੈ। But while I was thinking this, I'd taken a deep breath, and then my head really went down and my legs went up in the air. ਤੇ ਕਹਿੰਦਾ ਜਦੋਂ ਮੈਂ ਇਹ ਸੋਚ ਰਿਹਾ ਸੀ ਉਦੋਂ ਹੀ ਮੈਂ ਕੀ ਕੀਤਾ, ਮੈਂ ਇੱਕ ਲੰਬਾ ਜਿਹਾ ਸਾਹ ਲਿੱਤਾ ਤੇ ਪਹਿਲਾਂ ਆਪਣਾ ਸਿਰ ਅੰਦਰ ਕੀਤਾ, ਉਸ ਤੋਂ ਬਾਅਦ ਮੇਰੀਆਂ ਜਿਹੜੀਆਂ ਲੱਤਾਂ ਸੀ ਉਹ ਆਪਣੇ ਆਪ ਚੱਕੀਆਂ ਗਈਆਂ ਹਵਾ ਦੇ ਵਿੱਚ। ਇਹ ਸਿਰ ਵਾਲਾ ਹਿੱਸਾ, ਇਹ ਪਾਣੀ ਤੇ ਹਵਾ ਵਿੱਚ ਲੱਤਾਂ ਉੱਤੇ। I could feel them there, just air around them, and then there was water around them because I was going down into the water, after all right down into the water, straight down. ਤੇ ਉਹ ਕਹਿੰਦਾ ਪਹਿਲਾਂ ਤਾਂ ਹਵਾ ਵਿੱਚ ਮਹਿਸੂਸ ਹੋਈਆਂ ਲੱਤਾਂ ਮੈਨੂੰ, ਉਸ ਤੋਂ ਬਾਅਦ ਜਦ ਮੈਂ ਹੋਰ ਥੱਲੇ ਗਿਆ ਤੇ ਮੈਨੂੰ ਮੇਰੀਆਂ ਲੱਤਾਂ ਦੇ ਆਲੇ ਦੁਆਲੇ ਪਾਣੀ ਮਹਿਸੂਸ ਹੋਇਆ। ਤੇ ਜਦੋਂ ਮੈਂ ਥੱਲੇ ਜਾ ਰਿਹਾ ਸੀ, ਪਾਣੀ ਪਾਣੀ ਪਾਣੀ, ਤੇ ਮੈਂ ਸਿੱਧਾ ਥੱਲੇ ਜਾ ਰਿਹਾ ਸੀ। At first my eyes were shut. I forced my eyelids up against the water to see. ਉਹ ਕਹਿੰਦਾ ਪਹਿਲਾਂ ਤਾਂ ਮੇਰੀਆਂ ਅੱਖਾਂ ਬੰਦ ਹੀ ਹੋਈਆਂ ਸੀ ਤੇ ਫਿਰ ਮੈਂ ਆਪਣੀਆਂ ਪਲਕਾਂ ਨੂੰ ਥੋੜਾ ਜਿਹਾ ਕੋਸ਼ਿਸ਼ ਕਰਕੇ ਖੋਲਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਪਾਣੀ ਵੱਜ ਰਿਹਾ ਸੀ ਨਾ ਅੱਖਾਂ ਉੱਤੇ। ਤੇ ਕਹਿੰਦਾ ਮੈਂ ਪਾਣੀ ਦੇ ਅਗੇਂਸਟ ਜਾ ਕੇ ਆਪਣੀਆਂ ਪਲਕਾਂ, ਆਪਣੀਆਂ ਅੱਖਾਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ। Because although I can't see much without my glasses, I don't believe anyone can see much underwater. ਉਹ ਕਹਿੰਦਾ ਹਾਲਾਂਕਿ ਮੈਂ ਆਪਣੀਆਂ ਐਨਕਾਂ ਤੋਂ ਬਿਨਾਂ ਜ਼ਿਆਦਾ ਕੁਝ ਨਹੀਂ ਦੇਖ ਸਕਦਾ ਸੀ, ਪਰ ਮੈਨੂੰ ਵਿਸ਼ਵਾਸ ਇਹ ਸੀ ਵੀ ਸ਼ਾਇਦ ਬਾਕੀ ਦੇ ਜਿਹੜੇ ਲੋਕ ਹੈਗੇ ਨੇ ਉਹ ਵੀ ਐਨਕਾਂ ਤੋਂ ਬਿਨਾਂ ਜਾਂ ਵੈਸੇ ਵੀ ਪਾਣੀ ਦੇ ਹੇਠਾਂ ਕੁਝ ਜ਼ਿਆਦਾ ਨਹੀਂ ਦੇਖ ਸਕਦੇ। The water was like a thick green brown lemonade with some fish moving around. ਜਦੋਂ ਪਾਣੀ ਦੇ ਹੇਠਾਂ ਗਿਆ ਪਹਿਲਾਂ, ਇੱਥੇ ਜਿਹੜਾ ਪਾਣੀ ਉਹਨੂੰ ਮਹਿਸੂਸ ਹੋਇਆ ਉਹ ਹਰੇ ਭੂਰੇ ਰੰਗ ਦਾ ਸੀ, ਜਿਵੇਂ ਨਿੰਬੂ ਪਾਣੀ ਜਿਹਾ ਹੁੰਦਾ ਨਾ, ਜ਼ਿਆਦਾ ਸਾਫ਼ ਨਹੀਂ, ਪਰ ਨਿੰਬੂ ਪਾਣੀ ਮਤਲਬ ਥੋੜੀ ਜਿਹੀ ਗੰਦਗੀ ਵੀ ਹੋਏਗੀ। ਤੇ ਥਿਕ ਮੋਟਾ ਗ੍ਰੀਨ ਬਰਾਊਨ, ਮੋਟਾ ਇਨ ਦ ਸੈਂਸ ਵੀ ਤੁਹਾਨੂੰ ਫੀਲ ਹੋ ਰਿਹਾ ਪਾਣੀ ਚਾਰੋਂ ਪਾਸੋਂ ਤੋਂ ਆ ਕੇ ਵੱਜ ਰਿਹਾ ਹੁੰਦਾ ਨਾ, ਤੇ ਸੰਘਣਾ ਆਪਾਂ ਕਹਿ ਸਕਦੇ ਹਾਂ ਵੀ ਹਰਾ ਭੂਰੇ ਰੰਗ ਵਰਗਾ ਲੱਗ ਰਿਹਾ ਸੀ, ਜਿੱਥੇ ਮੱਛਲੀਆਂ ਜਿਹੜੀਆਂ ਹੈਗੀਆਂ ਨੇ ਉਹ ਤੈਰ ਰਹੀਆਂ ਸੀ। I could see some whitish glimmer that must be the flannel around the brick. It was ahead of me, fading away into the lower water as I moved after it. ਤੇ ਉਹ ਕਹਿੰਦਾ ਮੈਨੂੰ ਨਾ ਇੱਥੇ ਜੇ ਮੈਂ ਤੈਰ ਰਿਹਾ ਸੀ, ਮੰਨ ਲਓ ਇਹ ਮੈਂ ਸੀਗਾ, ਮੇਰੀ ਲੱਤਾਂ ਉੱਤੇ ਸੀ, ਕਹਿੰਦਾ ਮੈਨੂੰ ਇੱਥੇ ਥੋੜਾ ਜਿਹਾ ਚਿੱਟੇ ਰੰਗ ਦਾ ਇੱਕ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ ਤੇ ਉਹ ਹੌਲੀ ਹੌਲੀ ਦੂਰ ਹੋ ਰਹੀ ਸੀ। ਕਿਉਂਕਿ ਮੈਂ ਤੈਰਦਾ ਹੋਇਆ ਥੱਲੇ ਜਾ ਰਿਹਾ ਸੀ ਤੇ ਉਹ ਜ਼ਿਆਦਾ ਸਪੀਡ ਤੋਂ ਮੇਰੇ ਤੋਂ ਥੱਲੇ ਜਾ ਰਹੀ ਸੀ ਤੇ ਮੈਂ ਉਹਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਇਹ ਲੱਗ ਰਿਹਾ ਸੀ ਵੀ ਸ਼ਾਇਦ ਇਹ ਉਹੀ ਇੱਟ ਹੈਗੀ ਹੈ ਜਿਹਦੇ ਆਲੇ ਦੁਆਲੇ ਚਿੱਟੇ ਰੰਗ ਦਾ ਕੱਪੜਾ ਬੰਨਿਆ ਹੋਏ। Down we went and the lemonade look quite went away and became just a dark blackish brown and I couldn't see much. ਉਹ ਕਹਿੰਦਾ ਪਹਿਲਾਂ ਜਿਹੜਾ ਲੈਮਨੇਡ ਵਾਟਰ ਸੀ, ਨਿੰਬੂ ਪਾਣੀ ਵਰਗਾ ਹਰਾ ਭੂਰਾ ਰੰਗ ਦਾ ਪਾਣੀ ਸੀ, ਜਿਵੇਂ ਮੈਂ ਥੱਲੇ ਜਾ ਰਿਹਾ ਸੀ ਉਹ ਰੰਗ ਜਿਹੜਾ ਹੈਗਾ ਉਹ ਹਟਦਾ ਗਿਆ ਤੇ ਥੱਲੇ ਜਾਂਦਾ ਜਾਂਦਾ ਮੈਨੂੰ ਜਿਹੜਾ ਰੰਗ ਹੈਗਾ ਕਾਲਾ ਭੂਰਾ ਰੰਗ ਦਿਖਾਈ ਦੇਣ ਲੱਗ ਗਿਆ ਪਾਣੀ ਦਾ। ਕਿਉਂਕਿ ਉੱਥੇ ਜ਼ਿਆਦਾ ਸ਼ਾਇਦ ਰੋਸ਼ਨੀ ਵੀ ਨਹੀਂ ਪਹੁੰਚਦੀ ਸੀ ਤੇ ਕਹਿੰਦਾ ਮੈਂ ਉਸ ਦੇ ਵਿੱਚ ਕੁਝ ਜ਼ਿਆਦਾ ਦੇਖ ਨਹੀਂ ਸਕਿਆ। The brick looked different from here, maybe the flannel had come off. ਤੇ ਕਹਿੰਦਾ ਇੱਟ ਥੋੜੀ ਵੱਖਰੀ ਦਿਖ ਰਹੀ ਸੀ, ਚਿੱਟੇ ਰੰਗ ਦੀ ਸੀਗੀ, ਕਿਉਂਕਿ ਹੋ ਸਕਦਾ ਉਹਦੇ ਵਿੱਚੋਂ ਜਿਹੜਾ ਰੰਗ ਹੈਗਾ ਉਹ ਬਾਹਰ ਚਿੱਟਾ ਰੰਗ ਲਿਸ਼ਕਾਰੇ ਮਾਰਿਆ ਸੀ, ਹੋ ਸਕਦਾ ਕੱਪੜਾ ਵੀ ਵੱਖਰਾ ਹੋ ਗਿਆ ਹੋਏ ਇੱਟ ਤੋਂ। It had settled right into the mud. ਹੋ ਸਕਦਾ ਕੱਪੜਾ ਅਲੱਗ ਹੋ ਗਿਆ ਹੋਏ ਤੇ ਜਿਹੜੀ ਮਿੱਟੀ ਹੈਗੀ ਹੈ ਥੱਲੇ ਉਹਦੇ ਵਿੱਚ ਇੱਟ ਜਾ ਅੰਦਰ ਸੈਟਲ ਹੋ ਗਈ ਹੋਏ। There was only one corner left sticking up. ਵੀ ਇੱਕ ਹੀ ਹਿੱਸਾ ਸੀ ਜਿਹੜਾ ਮੈਨੂੰ ਉੱਤੇ ਵੱਲ ਨੂੰ ਆਂਦਾ ਹੋਇਆ ਕੱਪੜੇ ਦਾ ਦਿਖਾਈ ਦੇ ਰਿਹਾ ਸੀ। I dug into the mud with my fingers. ਤੇ ਕਹਿੰਦਾ ਜਦ ਮੈਂ ਬਾਟਮ ਤੇ ਪਹੁੰਚਿਆ, ਥੱਲੇ ਤੇ ਪਹੁੰਚਿਆ ਪੌਂਡ ਦੇ, ਤੇ ਮੈਂ ਆਪਣੀਆਂ ਉਂਗਲੀਆਂ ਦੇ ਨਾਲ ਏਦਾਂ ਕਰਕੇ ਵੀ ਮੈਂ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ and got hold of the thing and then I didn't think of anything except getting up again with it
into the air। ਤੇ ਕਹਿੰਦਾ ਜੋ ਵੀ ਮੇਰੇ ਹੱਥ ਆਇਆ ਮੈਂ ਕੱਢਣ ਦੀ ਉਹਨੂੰ ਕੋਸ਼ਿਸ਼ ਕੀਤੀ ਦੁਬਾਰਾ, ਤੇ ਫਿਰ ਉੱਤੇ ਹਵਾ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕਿ ਮੈਂ ਸਾਹ ਲੈ ਸਕਾਂ। ਵੀ ਮੈਨੂੰ ਹੋਰ ਕੁਝ ਨਹੀਂ ਆ ਰਿਹਾ ਸੀ ਦਿਮਾਗ ਦੇ ਵਿੱਚ, ਬਸ ਇਹ ਸੀ ਇਹਨੂੰ ਮੈਂ ਫੜਾਂ ਜੋ ਵੀ ਦਿਖਾਈ ਦੇ ਰਿਹਾ ਤੇ ਉੱਤੇ ਜਾ ਕੇ ਸਾਹ ਲਵਾਂ। Touching the bottom like that had stirred up the mud, so I began to go up through a cloud of it। ਉਹ ਕਹਿੰਦਾ ਜਿਵੇਂ ਮੈਂ ਸਮਾਨ ਨੂੰ ਕੱਢਿਆ, ਜਿਵੇਂ ਮਿੱਟੀ ਨਾਲ ਹੁੰਦੀ ਹੈ ਨਾ, ਤੇ ਜਦ ਤੁਸੀਂ ਥੱਲੇ ਤੋਂ ਕੁਝ ਸਮਾਨ ਚੱਕਦੇ ਹੋ ਤਾਂ ਜਿਹੜੀ ਮਿੱਟੀ ਸੀ ਉਹ ਵੀ ਐਵੇਂ ਉੱਤੇ ਉੱਤੇ ਨੂੰ ਆ ਰਹੀ ਸੀ, ਤਾਂ ਇੱਕ ਬਾਦਲ ਜਿਹਾ ਮਿੱਟੀ ਦਾ ਬਣਿਆ ਹੋਇਆ ਸੀ। ਤੁਸੀਂ ਸਮਝ ਗਏ ਹੋਣੇ ਕਿਉਂਕਿ ਮਿੱਟੀ ਚੋਂ ਸਮਾਨ ਚੁੱਕਿਆ ਸੀ। ਉਹ ਕਹਿੰਦਾ ਮੈਨੂੰ ਇਹ ਸੀ ਵੀ ਮੈਂ ਇਹਦੇ ਵਿੱਚੋਂ ਜਾ ਕੇ ਉੱਤੇ ਨੂੰ ਪਹੁੰਚ ਜਾ। I felt I would get lost, ਤੇ ਉਹਨੂੰ ਇਹ ਲੱਗ ਰਿਹਾ ਸੀ ਵੀ ਮੈਂ ਇਹਦੇ ਵਿੱਚ ਗੁਆਚ ਜਾਵਾਂਗਾ ਮਿੱਟੀ ਵਿੱਚ। Perhaps I had swum underwater too far. Perhaps I would be drifted towards the place where people were fishing and get a fish hook caught into the flesh of my cheek. Or perhaps I just wasn't going to find the top and the air again। ਬੜੀ ਮਜ਼ੇਦਾਰ ਗੱਲ ਉਹਨੇ ਕਹਿਤੀ। ਹੁਣ ਉਹ ਜਿਹੜੇ ਪਾਸੇ ਤੋਂ ਗਿਆ ਸੀ ਉਹ ਇਹ ਵਾਲਾ ਪਾਸਾ ਸੀ, ਠੀਕ ਹੈ, ਜਿੱਥੇ ਤੈਰਦੇ ਨੇ ਲੋਕ, ਇੱਥੇ ਫਿਸ਼ਿੰਗ ਹੋ ਰਹੀ ਹੁੰਦੀ ਹੈ। ਉਹ ਕਹਿੰਦਾ ਵੀ ਜਦ ਮਿੱਟੀ ਉੱਠੀ ਮੈਨੂੰ ਇਦਾਂ ਲੱਗ ਰਿਹਾ ਸੀ ਵੀ ਮੈਂ ਗਵਾਚ ਜਾਵਾਂਗਾ, ਸ਼ਾਇਦ ਮੈਂ ਪਾਣੀ ਦੇ ਹੇਠਾਂ ਬਹੁਤ ਦੂਰ ਤੱਕ ਤੈਰ ਕੇ ਆ ਗਿਆ ਸੀ ਤੇ ਸ਼ਾਇਦ ਮੈਂ ਉਸ ਜਗ੍ਹਾ ਵੱਲ ਚਲਾ ਜਾਵਾਂਗਾ ਜਿੱਥੇ ਲੋਕ ਮੱਛੀਆਂ ਫੜ ਰਹੇ ਹੈਗੇ ਨੇ, ਤੇ ਮੇਰੇ ਗੱਲਾਂ ਦੇ ਵਿੱਚ ਉਹ ਹੁੱਕ ਨਹੀਂ ਹੁੰਦਾ ਫਿਸ਼ਿੰਗ ਦਾ, ਉਹ ਮੇਰੇ ਮੂੰਹ ਤੇ ਮੇਰੇ ਗੱਲਾਂ ਵਿੱਚੋਂ ਨਿਕਲੇਗਾ, ਠੀਕ ਹੈ, ਤੇ ਹੋ ਸਕਦਾ ਇਹ ਵੀ ਹੋਏ ਕਿ ਮੈਂ ਕਦੇ ਵੀ ਬਾਹਰ ਨਾ ਨਿਕਲ ਸਕਾਂ, ਵੀ ਮੈਂ ਦੁਬਾਰਾ ਸਾਹ ਨਾ ਲੈ ਸਕਾਂ। I was quite afraid, although I was going up quite quickly। ਕਹਿੰਦਾ ਮੈਂ ਬਹੁਤ ਡਰਿਆ ਹੋਇਆ ਸੀ, ਹਾਲਾਂਕਿ ਮੈਂ ਪੂਰੀ ਤੇਜ਼ੀ ਦੇ ਨਾਲ ਉੱਪਰ ਵੱਲ ਨੂੰ ਜਾ ਰਿਹਾ ਸੀ। And the water was already changing from black brown to green brown। ਥੱਲੇ ਪਾਣੀ ਕਿਹੜਾ ਰੰਗ ਦਾ ਸੀ? ਥੱਲੇ ਵਾਲਾ ਇਹ ਸੀ black brown, ਹੈ ਨਾ। ਤੇ ਉਹ ਕਹਿੰਦਾ ਬਲੈਕ ਬਰਾਊਨ ਤੋਂ ਜਦ ਮੈਂ ਉੱਤੇ ਨੂੰ ਜਾ ਰਿਹਾ ਸੀ ਤਾਂ ਉਹ ਗ੍ਰੀਨ ਬਰਾਊਨ ਪਾਣੀ ਹੁੰਦਾ ਦਿਖ ਰਿਹਾ ਸੀ, ਐਂਡ ਦੈਨ ਟੂ ਬ੍ਰਾਈਟ ਲੈਮਨੇਡ, ਤੇ ਨਿੰਬੂ ਪਾਣੀ ਵਰਗਾ ਰੰਗ ਦਿਖ ਰਿਹਾ ਸੀ। I could also see the sun shining through the water। ਤੇ ਜਿਵੇਂ ਸਨ ਸੂਰਜ ਜਿਹੜਾ ਹੈਗਾ ਉਹਦੀ ਚਮਕ ਦਿਖਾਈ ਨਹੀਂ ਦਿੰਦੀ ਪਾਣੀ ਵਿੱਚੋਂ, ਕਹਿੰਦਾ ਮੈਨੂੰ ਉਹ ਵੀ ਦਿਸ ਰਹੀ ਸੀ। I was getting near the surface, ਤੇ ਮੈਂ ਸੂਰਜ ਨੂੰ ਪਾਣੀ ਵਿੱਚ ਚਮਕਦਾ ਦੇਖ ਸਕਦਾ ਸੀ ਤੇ ਮੈਂ ਉੱਤੇ ਸਤਰ ਦੇ ਨੇੜੇ ਆਉਣ ਵਾਲਾ ਸੀ। I was moving too slowly। I knew I would never reach the air again in time। ਤੇ ਕਹਿੰਦਾ ਮੈਂ ਇੰਨਾ ਹੌਲੀ ਤੈਰ ਰਿਹਾ ਸੀ, ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੈਂ ਕਦੇ ਵੀ ਵਾਪਸ ਆਪਣਾ ਮੂੰਹ ਹਵਾ ਵਿੱਚ ਕਰਕੇ ਨਹੀਂ ਵਾਪਸ ਉੱਥੇ ਪਹੁੰਚ ਸਕਦਾ। Never the air again। ਦੁਬਾਰਾ ਕਦੇ ਹਵਾ ਮੈਨੂੰ ਮਤਲਬ ਜੀਣ ਲਈ ਨਹੀਂ ਮਿਲੇਗੀ, ਮੈਂ ਇੱਥੇ ਹੀ ਡੁੱਬ ਜਾਣਾ। Then suddenly I was at the surface। I'd exploded back from the water into the air। ਤੇ ਕਹਿੰਦਾ ਫਿਰ ਅਚਾਨਕ ਮੈਂ ਸਥਰ ਤੇ ਆ ਗਿਆ ਪਾਣੀ ਦੇ ਉੱਤੇ, ਤੇ ਕਹਿੰਦਾ ਮੈਂ ਏਦਾਂ ਲੱਗ ਰਿਹਾ ਸੀ ਵੀ ਪਾਣੀ ਵਿੱਚੋਂ ਇੱਕਦਮ ਐਕਸਪਲੋਡ ਹੋ ਕੇ, ਜਿਵੇਂ ਪਟਾਕਾ ਬੋਲਦਾ ਹਵਾ ਵਿੱਚ ਆ ਜਾਂਦਾ। For a while I couldn't think of anything। ਕਹਿੰਦਾ ਕੁਝ ਸਮੇਂ ਲਈ ਮੈਨੂੰ ਕੁਝ ਵੀ ਨਹੀਂ ਮਤਲਬ ਦਿਮਾਗ 'ਚ ਆ ਰਿਹਾ ਸੀ, ਕੁਝ ਵੀ ਨਹੀਂ ਸੋਚ ਸਕਦਾ ਸੀ। And I couldn't do anything except let out the old breath I'd been holding and take a couple of fresh quick ones and hold the breath। ਤੇ ਕਹਿੰਦਾ ਇਸ ਟਾਈਮ ਤੇ ਮੇਰੇ ਦਿਮਾਗ 'ਚ ਇਹ ਆ ਰਿਹਾ ਸੀ ਵੀ ਜਿਹੜਾ ਸਾਹ ਮੈਂ ਰੁਕਿਆ ਹੋਇਆ ਉਹ ਛੱਡਾਂ ਤੇ ਨਵੇਂ ਸਾਹ ਜਿਹੜੇ ਹੈਗੇ ਆ ਹਵਾ ਭਰਾ ਆਪਣੇ ਲੰਗਸ ਦੇ ਵਿੱਚ ਛੇਤੀ ਛੇਤੀ ਲੰਬੇ ਲੰਬੇ ਸਾਹ ਲੈ ਰਿਹਾ ਸੀ, ਜਿਵੇਂ ਤੁਸੀਂ ਪਾਣੀ ਵਿੱਚੋਂ ਨਿਕਲ ਕੇ ਲੈਂਦੇ ਹੋ। ਤੇ ਉਹਨੇ ਇੱਟ ਜਿਹੜੀ ਸੀ ਜਿਹੜੀ ਬਾਹਰ ਕੱਢੀ ਸੀ ਉਹ ਫੜੀ ਹੋਈ ਸੀ। Pond water was trickling down inside my nose and into my mouth। ਉਹ ਕਹਿੰਦਾ ਨੱਕ ਵਿੱਚੋਂ ਪਾਣੀ ਜਿਹੜਾ ਹੈਗਾ ਛੱਪੜ ਦਾ ਉਹ ਮੇਰੇ ਨੱਕ ਦੇ ਅੰਦਰ ਤੋਂ ਮੇਰੇ ਮੂੰਹ ਵੱਲ ਨੂੰ ਵਹਿ ਰਿਹਾ ਸੀ। ਜਿਵੇਂ ਆਪਾਂ ਇਹ ਨਹੀਂ ਕਰਦੇ, ਅੰਦਰਲਾ ਹਿੱਸਾ ਜਿਹੜਾ ਮੂੰਹ ਦਾ ਹੁੰਦਾ ਹੈ, ਨੱਕ ਤੋਂ ਪਾਣੀ ਮੂੰਹ ਵੱਲ ਨੂੰ ਜਾ ਰਿਹਾ ਸੀ। which I hate। ਕਹਿੰਦਾ ਮੈਨੂੰ ਬਿਲਕੁਲ ਨਹੀਂ ਪਸੰਦ, ਮਤਲਬ ਨੱਕ ਤੋਂ ਪਾਣੀ ਵੜ ਗਿਆ ਹੋਣਾ, ਮੂੰਹ ਤੇ ਜਾ ਰਿਹਾ ਹੋਣਾ। but there was air all around and above for me to breathe and to live। ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਇਹ ਪਸੰਦ ਤਾਂ ਹੈ ਨਹੀਂ ਵੀ ਮੇਰੇ ਅੰਦਰ ਪਾਣੀ ਚਲਾ ਜੇ ਨੱਕ ਦੇ ਵੱਲ ਤੋਂ ਮੂੰਹ 'ਚ, ਪਰ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੇਰੇ ਆਲੇ ਦੁਆਲੇ ਹਵਾ ਸੀ ਸਾਹ ਲੈਣ ਨੂੰ ਤੇ ਜੀਣ ਨੂੰ। I might live to be 100 now। ਕਹਿੰਦਾ ਮੈਂ 100 ਸਾਲਾਂ ਤੱਕ ਹੋ ਸਕਦਾ ਹੁਣ ਜੀਵਾਂ। And keep a sweet shop
of my own and walk on the moon and breed mastiffs and rescue someone from drowning and be awarded a medal for it and be interviewed on TV। ਹੁਣ ਇੱਥੇ ਮੈਸਟਿਫ ਕੀ ਹੁੰਦਾ, ਇੱਕ ਵੱਡਾ ਜਿਹਾ ਕੁੱਤਾ ਹੁੰਦਾ ਜਿਹਦੇ ਛੋਟੇ ਛੋਟੇ ਬਾਲ ਹੁੰਦੇ ਨੇ, ਠੀਕ ਹੈ। ਉਹ ਕਹਿੰਦਾ ਵੀ ਹੋ ਸਕਦਾ ਮੈਂ ਕੁੱਤੇ ਵੀ ਮਤਲਬ ਪਾਲ ਲਾਂ। ਤੇ ਇੱਥੇ ਉਹ ਦੱਸਦਾ ਵੀ ਹੁਣ ਮੈਂ ਇਹ ਸੋਚ ਲਿਆ ਜਦ ਮੈਂ ਸਾਹ ਲੈ ਲਿਆ ਵੀ ਮੈਂ ਹੁਣ 100 ਸਾਲਾਂ ਤੱਕ ਜੀਵਾਂਗਾ, ਆਪਣੀ ਖੁਦ ਦੀ ਮਿਠਾਈ ਦੀ ਦੁਕਾਨ ਰੱਖ ਸਕਾਂਗਾ ਤੇ ਇੱਕ ਆਪਾਂ ਇਹ ਕਹਿ ਸਕਦੇ ਹਾਂ ਚੰਦਰਮਾ ਦੀ ਸੈਰ ਕਰ ਸਕਾਂਗਾ ਤੇ ਨਾਲ ਦੀ ਨਾਲ ਜਿਹੜੇ ਮੈਸਟਿਫ ਹੈਗੇ ਕੁੱਤੇ ਦੀ ਬਰੀਡ ਇੱਕ ਨਸਲ, ਠੀਕ ਹੈ, ਉਹ ਵੀ ਰੱਖ ਸਕਾਂਗਾ ਤੇ ਕਿਸੇ ਨੂੰ ਡੁੱਬਣ ਤੋਂ ਵੀ ਬਚਾ ਸਕਾਂਗਾ ਤੇ ਇਸ ਦੇ ਬਦਲੇ ਦੇ ਵਿੱਚ ਮੈਨੂੰ ਮੈਡਲ ਮਿਲੇਗਾ, ਮੈਨੂੰ ਸਨਮਾਨਿਤ ਕੀਤਾ ਜਾਏਗਾ ਤੇ ਮੈਂ ਟੀਵੀ ਤੇ ਵੀ ਇੰਟਰਵਿਊ ਦੇ ਸਕਾਂਗਾ। ਮਤਲਬ ਉਹਨੇ ਇੰਨੀ ਅੱਗੇ ਤੱਕ ਸੋਚ ਲਿਆ ਸੀ ਇੱਕ ਡੱਬਾ ਕੱਢਣ ਦੇ ਨਾਲ ਹੀ, ਮਤਲਬ ਡਕ ਡਾਈਵਿੰਗ ਸਿੱਖਣ ਤੋਂ ਬਾਅਦ। And then I noticed they were shouting from the bank, यानी किनारे तो लोग चिक्का मार रहे सी, उन्हें नोटिस किया। They were cheering and shouting, sausage, sausage, the instructor was saying with his hands round his mouth. What on earth have you got there, sausage? ਤੇ ਕਹਿੰਦਾ ਉੱਥੇ ਮੈਂ ਦੇਖਿਆ ਕਿ ਬੈਂਕ ਦੇ ਕਿਨਾਰੇ ਤੇ ਲੋਕ ਜਿਹੜੇ ਨੇ ਰੌਲਾ ਪਾ ਰਹੇ ਸੀ, ਉਹ ਤਾੜੀਆਂ ਮਾਰ ਰਹੇ ਸਨ, ਚੀਕ ਰਹੇ ਸੀ ਸੌਸੇਜ ਸੌਸੇਜ। ਤੇ ਜਿਹੜਾ ਮੇਰਾ ਇੰਸਟ੍ਰਕਟਰ ਹੈ ਉਹਨੇ ਮੂੰਹ ਤੇ ਹੱਥ ਰੱਖ ਕੇ ਉਹ ਕਹਿ ਰਿਹਾ ਸੀ ਵੀ ਇਹ ਸੌਸੇਜ ਤੂੰ ਪਾਣੀ ਵਿੱਚੋਂ ਕੀ ਕੱਢ ਕੇ ਲਿਆ ਆ। ਸੋ ਦੈਨ ਆਈ ਰਿਅਲਾਈਜ਼ਡ ਆਈ ਹੈਡ ਕਮ ਆਲਮੋਸਟ ਐਟ ਦੀ ਅਦਰ ਐਂਡ ਆਫ ਦ ਪੌਂਡ। ਕਹਿੰਦਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਲਗਭਗ ਛੱਪੜ ਦੇ ਦੂਜੇ ਸਿਰੇ ਤੇ ਆ ਗਿਆ। I turned around and swam to the bank। ਤੇ ਉਹ ਇਧਰਲੇ ਪਾਸੇ ਆ ਗਿਆ ਸੀ ਤੇ ਫਿਰ ਉਹਨੇ ਆਪਣੇ ਆਪ ਨੂੰ ਮੋੜ ਕੇ ਤੈਰ ਕੇ ਉਹ ਦੂਜੇ ਕਿਨਾਰੇ ਤੇ ਗਿਆ। They gave me my glasses to see what I had brought up from the bottom because it wasn't a brick, same size but a old tin box with no paint left on it and all brown black slime from the bottom of the pond. It was as heavy as brick. Because it was dull, it was full of mud, nothing but mud. It must have been there for years. ਤੇ ਇੱਥੇ ਇਹ ਦੱਸਿਆ ਗਿਆ ਕਿ ਦੇਖੋ ਇੱਥੇ ਇਹ ਦੱਸਿਆ ਗਿਆ ਨਾ what on earth, ਇਹਦਾ ਮਤਲਬ ਇਹ ਅਕਸਰ ਯੂਜ਼ ਕੀਤਾ ਜਾਂਦਾ ਇੱਕ ਸਟੇਟਮੈਂਟ ਜਦ ਕਿਸੇ ਚੀਜ਼ ਤੇ ਤੁਸੀਂ ਜ਼ਿਆਦਾ ਜ਼ੋਰ ਦੇਣਾ ਹੋਏ, ਠੀਕ ਹੈ। ਤੇ ਉਹ ਕਹਿੰਦਾ ਹੈ ਵੀ ਜਦ ਮੈਂ ਉੱਤੇ ਆ ਗਿਆ, ਮੈਂ ਦੇਖਿਆ ਮੈਂ ਦੂਜੇ ਸਿਰੇ ਤੇ ਹੈਗਾ ਤੇ ਫਿਰ ਮੈਂ ਤੈਰ ਕੇ ਦੂਜੇ ਪਾਸੇ ਗਿਆ, ਕਿਨਾਰੇ ਤੇ ਗਿਆ ਤੇ ਉੱਥੇ ਜਾ ਕੇ ਮੈਨੂੰ ਵੇਖਣ ਦੇ ਲਈ ਮੇਰੀਆਂ ਐਨਕਾਂ ਦਿੱਤੀਆਂ ਗਈਆਂ ਕਿ ਮੈਂ ਹੇਠਾਂ ਤੋਂ ਐਕਚੁਅਲੀ ਕੀ ਲੈ ਕੇ ਆਇਆ, ਕਿਉਂਕਿ ਇਹ ਇੱਟ ਨਹੀਂ ਸੀ, ਇੱਕ ਇੱਟ ਦੀ ਆਕਾਰ ਦਾ ਇੱਕ ਹੋਰ ਟਿਨ ਦਾ ਇੱਕ ਪੁਰਾਣਾ ਟਿਨ ਦਾ ਬਾਕਸ ਸੀ ਜਿਸ ਤੇ ਕੋਈ ਪੇਂਟ ਨਹੀਂ ਬਚਿਆ ਸੀ ਤੇ ਤਲਾਬ ਦੇ ਥਲੇ ਤੇ ਉਹ ਸਾਰਾ ਭੂਰਾ ਕਾਲਾ ਚਿੱਕੜ ਉਹਨੂੰ ਲੱਗ ਗਿਆ ਸੀ। ਇਹ ਇੱਟ ਜਿੰਨਾ ਹੀ ਭਾਰੀ ਸੀ ਕਿਉਂਕਿ ਇਹ ਚਿੱਕੜ ਨਾਲ ਭਰਿਆ ਹੋਇਆ ਸੀ, ਚਿੱਕੜੋ ਚਿੱਕੜੀ ਹੋਇਆ ਸੀ, ਇਸ ਤੋਂ ਇਲਾਵਾ ਉਹਦੇ ਤੇ ਕੁਝ ਨਹੀਂ ਸੀ। ਤੇ ਕਹਿੰਦਾ ਹੋ ਸਕਦਾ ਕਿ ਇੰਨਾ ਪੁਰਾਣਾ ਹੋਏ, ਸਾਲਾਂ ਤੋਂ ਉੱਥੇ ਦਬਿਆ ਹੋਇਆ ਹੋਏ ਤੇ ਅੱਜ ਮੈਂ ਉਹਨੂੰ ਕੱਢ ਦਿੱਤਾ, ਹੈ ਕਿ ਨਹੀਂ। ਉਹਦੇ ਤੋਂ ਨਾ ਬਦਬੂ ਵੀ ਆ ਰਹੀ ਸੀ ਸਲਾਈਮ ਦਾ, ਮਤਲਬ ਇਹ ਵੀ ਕਹਿ ਸਕਦੇ ਹਾਂ ਜਿਹੜੀ ਮਿੱਟੀ ਵਿੱਚੋਂ ਗੰਦੀ ਬਦਬੂ ਆ ਰਹੀ ਹੁੰਦੀ ਹੈ। ਤੇ ਉਹ ਕਹਿੰਦਾ ਆਈ ਹੈਵ ਕਲੀਨਡ ਦ ਟਿਨ ਅਪ and kept on the mantelpiece at home with my coin collection in it। ਤੇ ਮੈਂਟਲ ਪੀਸ ਕੀ ਹੁੰਦਾ, ਜਿੱਥੇ ਆਪਾਂ ਅੱਗ ਨਹੀਂ ਬਾਲਦੇ ਉਹਦੇ ਉੱਤੇ ਇੱਕ ਸ਼ੈਲਫ ਹੁੰਦਾ। ਉਹ ਕਹਿੰਦਾ ਮੈਂ ਟਿਨ ਦਾ ਜਿਹੜਾ ਡੱਬਾ ਮੈਂ ਕੱਢ ਕੇ ਲੈ ਕੇ ਆਇਆ ਸੀ ਉਹ ਮੈਂ ਉਸ ਸ਼ੈਲਫ ਤੇ ਰੱਖ ਦਿੱਤਾ ਆਪਣੇ ਘਰ ਦੇ ਵਿੱਚ ਤੇ ਉਹਦੇ ਵਿੱਚ ਹੁਣ ਮੈਂ ਸਿੱਕੇ ਜਾਂ ਬਚੇ ਹੋਏ ਪੈਸੇ ਇਕੱਠੇ ਕਰਦਾ। I had to duck dive later for another brick and got it all right without being frightened at all। ਤੇ ਕਹਿੰਦਾ ਉਹ ਇੱਟ ਲਿਆਉਣ ਦੇ ਲਈ ਮੈਨੂੰ ਬਾਅਦ ਦੇ ਵਿੱਚ ਇੱਕ ਹੋਰ ਵਾਰ ਡਕ ਡਾਈਵ ਕਰਨਾ ਪਿਆ ਤੇ ਮੈਂ ਬਿਲਕੁਲ ਹੀ ਡਰਿਆ ਨਹੀਂ, ਬਿਲਕੁਲ ਵੀ ਘਬਰਾਇਆ ਨਹੀਂ ਤੇ ਇਹ ਸਭ ਠੀਕ ਗਿਆ। I shall keep the tin as long as I live and I might live to be 100। ਉਹ ਕਹਿੰਦਾ ਇਹ ਟਿਨ ਦਾ ਜਿਹੜਾ ਡੱਬਾ ਹੈਗਾ ਇਹਨੂੰ ਮੈਂ ਜਿੰਨੇ ਸਾਲ ਜਿੰਦਾ ਰਿਹਾ ਮੈਂ ਇਹਨੂੰ ਆਪਣੇ ਕੋਲ ਰੱਖਾਂਗਾ ਤੇ ਹੋ ਸਕਦਾ ਮੈਂ 100 ਸਾਲ ਤੱਕ ਜੀਆਂ, ਕਿਉਂਕਿ ਉਹਦੇ ਦਿਮਾਗ ਵਿੱਚ ਆਇਆ ਸੀ ਜਦੋਂ ਪਾਣੀ ਵਿੱਚੋਂ ਬਾਹਰ ਸਭ ਤੋਂ ਪਹਿਲਾਂ ਨਿਕਲਿਆ ਸੀ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਾਰੇ ਵਰਡ ਮੀਨਿੰਗ ਸਮਝ ਆ ਗਏ ਹੋਣਗੇ, ਚੈਪਟਰ ਸਮਝ ਆ ਗਿਆ ਹੋਏਗਾ। ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ, ਲਾਈਕ ਸ਼ੇਅਰ ਕਮੈਂਟ ਕਰਿਓ, ਦੋਸਤਾਂ ਨੂੰ ਵੀ ਭੇਜਿਓ।
ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਕੁਐਸਚਨ ਆਨਸਰਸ ਡਿਸਕਸ ਕਰਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।